ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਕਿਸੇ ਵੀ ਰੂਪ ਦੇ ਵਿੱਚ ਇਨਸਾਨ ਦੇ ਸਾਹਮਣੇ ਆ ਸਕਦਾ ਹੈ। ਅਸਲ ਦੇ ਵਿੱਚ ਇਨਸਾਨ ਹੀ ਇੱਕ ਪਰਮਾਤਮਾ ਦਾ ਰੂਪ ਹੈ। ਅੱਜ ਇੱਕ ਅਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅਤੇ ਪਰਮਾਤਮਾ ਕਿਤੇ ਦੂਰ ਨਹੀਂ, ਇਹ ਗੱਲ ਵੀ ਸਾਫ਼ ਹੋ ਜਾਵੇਗੀ। ਇਹ ਘਟਨਾ ਬਠਿੰਡੇ ਦੇ ਵਿੱਚ ਰਹਿਣ ਵਾਲੇ ਮੁਕੇਸ਼ ਕੁਮਾਰ ਨੇ ਸਾਡੇ ਨਾਲ ਸਾਂਝੀ ਕੀਤੀ ਕਿ ਸ਼ਿਵ ਸ਼ੰਕਰ ਜੀ ਦੇ ਇੱਕ ਸੱਚੇ ਭਗਤ ਨੂੰ ਇੱਕ ਗੁਰੂ ਸਿੱਖ ਦੇ ਦੁੱਖ ਦਰਦ ਦਾ ਸਹਿਯੋਗੀ ਕਿਵੇਂ ਬਣਾਇਆ, ਕਿਵੇਂ ਹਜ਼ਾਰਾਂ ਦੂਰ ਬੈਠੇ ਇਹਨਾਂ ਦੋਨੇ ਇਨਸਾਨਾਂ ਦਾ ਮੇਲ ਕਰਵਾਇਆ। ਮੁਕੇਸ਼ ਕੁਮਾਰ ਦੱਸਦੇ ਹਨ ਕਿ ਉਹ ਬਠਿੰਡੇ ਸ਼ਹਿਰ ਦੇ ਵਿੱਚ ਪਿਛਲੇ 33 ਸਾਲਾਂ ਤੋਂ ਰਹਿ ਰਹੇ ਹਨ ਅਤੇ ਉਹਨਾਂ ਦਾ ਕੰਮ ਬਹੁਤ ਜ਼ੋਰਾਂ ਤੇ ਹੈ। ਆਪਣੀ ਜ਼ਿੰਦਗੀ ਅਤੇ ਕਾਰੋਬਾਰ ਦੀ ਖੁਸ਼ਹਾਲੀ ਦਾ ਕਾਰਨ ਉਹ ਸ਼ਿਵ ਸ਼ੰਕਰ ਜੀ ਨੂੰ ਹੀ ਦਿੰਦੇ ਹਨ। ਸ਼ਿਵ ਸ਼ੰਕਰ ਜੀ ਦੀ ਕਿਰਪਾ ਦੇ ਨਾਲ ਹੀ ਉਹ ਗਰੀਬੀ ਚੋਂ ਉੱਠ ਕੇ ਇਸ ਮੁਕਾਮ ਤੱਕ ਪਹੁੰਚੇ ਹਨ। ਉਹਨਾਂ ਦਾ ਪਰਿਵਾਰ ਖੁਸ਼ਹਾਲ ਹੈ, ਬੱਚੇ ਵਿਦੇਸ਼ਾਂ ਦੇ ਵਿੱਚ ਸੈੱਟ ਹਨ। ਉਹ ਸਿਰਫ ਸ਼ਿਵ ਸ਼ੰਕਰ ਜੀ ਦੀ ਹੀ ਕਿਰਪਾ ਕਰਕੇ, ਇਸ ਕਰਕੇ ਹਰ ਸਾਲ ਉਹ ਲੰਗਰ ਅਤੇ ਯਾਤਰਾ ਜ਼ਰੂਰ ਕਰਦੇ ਹਨ, ਚਾਹੇ ਜੋ ਮਰਜ਼ੀ ਹੋ ਜਾਵੇ। ਮੁਕੇਸ਼ ਕੁਮਾਰ ਦੱਸਦੇ ਹਨ ਕਿ ਉਹ ਹਰ ਸਾਲ ਸ਼ਿਵ ਸ਼ੰਕਰ ਜੀ ਦੇ ਦਰਬਾਰ ਤੇ ਜਾਂਦੇ ਹਨ, ਪਰ ਇਸ ਵਾਰ ਸ਼ਾਇਦ ਸ਼ਿਵ ਸ਼ੰਕਰ ਜੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੁਕੇਸ਼ ਕੁਮਾਰ ਦੱਸਦੇ ਹਨ ਕਿ ਮੈਂ ਪਹਿਲਾਂ ਹੀ ਟਿਕਟ ਬੁੱਕ ਕਰਵਾ ਲਈ ਸੀ, ਉਹ ਟਿਕਟ ਵੀ ਕਨਫਰਮ ਹੋ ਚੁੱਕੀ ਸੀ। ਸੋ ਮੇਰੇ ਘਰ ਵਾਲੀ ਨੇ ਨਹੀਂ ਜਾਣਾ ਸੀ ਤੇ ਮੈਂ ਆਪਣੇ ਇੱਕ ਰਿਸ਼ਤੇਦਾਰ ਦੇ ਨਾਲ ਜਾਣਾ ਸੀ। ਜਾਣ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸੀ ਕਿ ਜਾਣ ਤੋਂ 3 ਦਿਨ ਪਹਿਲਾਂ ਹੀ ਮੈਨੂੰ ਸੁਪਨੇ ਦੇ ਵਿੱਚ ਸ਼ਿਵ ਸ਼ੰਕਰ ਜੀ ਨੇ ਦਰਸ਼ਨ ਦਿੱਤੇ ਤੇ ਕਿਹਾ ਕਿ ਇਸ ਵਾਰ ਤੂੰ ਮੇਰੇ ਕੋਲ ਨਾ ਆਵੀਂ। ਮੇਰੀ ਜਾਗ ਖੁੱਲੀ, ਪਤਾ ਨਹੀਂ ਲੱਗ ਰਿਹਾ ਸੀ ਰੋਵਾਂ ਕੇ ਖੁਸ਼ ਹੋਵਾਂ, ਕਿਉਂਕਿ ਦਰਸ਼ਨ ਵੀ ਹੋਏ ਸੀ ਤੇ ਸ਼ਿਵ ਸ਼ੰਕਰ ਜੀ ਨੇ ਆਪਣੇ ਕੋਲ ਬੁਲਾਉਣ ਤੋਂ ਮਨਾ ਵੀ ਕਰ ਦਿੱਤਾ। ਕੁਝ ਸਮਝ ਨਹੀਂ ਲੱਗ ਰਿਹਾ ਸੀ, ਪਰ ਹੈ ਤਾਂ ਇਹ ਸੁਪਨਾ ਹੀ ਸੀ, ਇਸ ਕਰਕੇ ਮੈਂ ਇਗਨੋਰ ਕਰ ਦਿੱਤਾ। ਪਰ ਅਗਲੇ ਦਿਨ ਫਿਰ ਉਹੀ ਹੋਇਆ। ਸ਼ਿਵ ਸ਼ੰਕਰ ਜੀ ਨੇ ਦਰਸ਼ਨ ਦੇ ਕੇ ਫਿਰ ਉਹੀ ਗੱਲ ਕਹੀ ਕਿ ਤੂੰ ਮੇਰੇ ਕੋਲ ਨਾ ਆਵੀਂ। ਮੈਨੂੰ ਬਹੁਤ ਅਜੀਬ ਲੱਗਿਆ। ਇਸ਼ਾਰਾ ਤਾਂ ਮਿਲ ਹੀ ਰਿਹਾ ਸੀ, ਪਰ ਸੱਚ ਮੰਨਣ ਵਿੱਚ ਮੁਸ਼ਕਲ ਹੋ ਰਹੀ ਸੀ। ਪਰ ਮੇਰੇ ਅੰਦਰ ਇੱਕ ਗੱਲ ਤਾਂ ਆ ਚੁੱਕੀ ਸੀ ਕਿ ਮੈਂ ਜ਼ਰੂਰ ਜਾਣਨਾ ਹੈ ਕਿ ਸ਼ਿਵ ਸ਼ੰਕਰ ਜੀ ਮੈਨੂੰ ਆਉਣ ਤੋਂ ਕਿਉਂ ਮਨਾ ਕਰ ਰਹੇ ਨੇ ਤੇ ਕਿਸ ਦੇ ਲਈ ਮਨਾ ਕਰ ਰਹੇ ਨੇ। ਕਿਤੇ ਇੱਕ ਵਹਿਮ ਮੇਰੀ ਯਾਤਰਾ ਖਰਾਬ ਨਾ ਕਰ ਦਵੇ। ਸੋ ਇਹ ਸੋਚ ਕੇ ਮੈਂ ਜਾਣ ਦਾ ਫੈਸਲਾ ਕਰ ਲਿਆ ਤੇ ਤਿਆਰੀਆਂ ਕਰਕੇ ਬਠਿੰਡੇ ਸਟੇਸ਼ਨ ਤੋਂ ਟ੍ਰੇਨ ਦੇ ਵਿੱਚ ਬੈਠ ਗਿਆ ਤੇ ਆਪਣੀ ਸੀਟ ਤੇ ਉੱਤੇ ਗਿਆ। ਕੀ ਦੇਖਿਆ ਕਿ ਉੱਥੇ ਬਜ਼ੁਰਗ ਜੋੜਾ ਮੇਰੀ ਸੀਟ ਦੇ ਉੱਤੇ ਬੈਠਾ ਹੋਇਆ ਸੀ। ਬਜ਼ੁਰਗ ਔਰਤ ਸੀ ਤੇ ਉੱਤੋਂ ਲੇਟੀ ਹੋਈ ਸੀ। ਉਸ ਦੇ ਕੋਲ ਹੀ ਇੱਕ ਬਜ਼ੁਰਗ ਆਦਮੀ ਬੈਠਾ ਹੋਇਆ ਸੀ। ਟ੍ਰੇਨ ਕੁਝ ਦੇਰ ਰੁਕ ਕੇ ਜਾਣੀ ਸੀ, ਸੋ ਮੈਂ ਉਹਨਾਂ ਨੂੰ ਕਿਹਾ ਕਿ ਬਜ਼ੁਰਗੋ, ਇਹ ਸਾਡੀ ਸੀਟ ਹੈ, ਤੁਸੀਂ ਇੱਥੋਂ ਉੱਠ ਸਕਦੇ ਹੋ। ਤੇ ਬਜ਼ੁਰਗ ਦੀ ਉਮਰ 60 ਤੋਂ 65 ਸਾਲਾਂ ਦੀ ਹੋਵੇਗੀ। ਮੇਰੇ ਦਿਲ ਨੂੰ ਉਸ ਵੇਲੇ ਬਹੁਤ ਜ਼ੋਰਦਾਰ ਝਟਕਾ ਲੱਗਿਆ ਜਦੋਂ ਉਸ ਬਜ਼ੁਰਗ ਨੇ ਮੈਨੂੰ ਹੱਥ ਜੋੜ ਕੇ ਕਿਹਾ ਕਿ ਪੁੱਤ, ਸਾਨੂੰ ਇੱਥੋਂ ਨਾ ਉਠਾ, ਮੈਂ ਆਪਣੇ ਗੁਰੂ ਕੋਲ ਜਾਣਾ ਹੈ। ਇੱਕ ਇਸ਼ਾਰਾ ਜੋ ਮੈਨੂੰ ਆਉਣ ਤੋਂ ਪਹਿਲਾਂ ਹੀ ਸੁਪਨੇ ਦੇ ਵਿੱਚ ਮਿਲ ਗਿਆ ਸੀ, ਉਹ ਤਾਂ ਮੈਂ ਸਮਝ ਹੀ ਚੁੱਕਿਆ ਸੀ। ਪਰ ਮੈਂ ਉਹਨਾਂ ਨੂੰ ਪੁੱਛਿਆ ਕਿ ਬਜ਼ੁਰਗੋ, ਤੁਸੀਂ ਟਿਕਟ ਨਹੀਂ ਕਰਵਾਈ? ਤਾਂ ਉਹ ਕਹਿਣ ਲੱਗੇ, ਟਿਕਟ ਤਾਂ ਹੈ ਪਰ ਕਨਫਰਮ ਨਹੀਂ, ਜਾਣਾ ਵੀ ਜ਼ਰੂਰੀ ਹੈ ਤੇ ਖੜ ਕੇ ਆਪਾਂ ਜਾ ਨਹੀਂ ਸਕਦੇ। ਮੈਂ ਸਾਰੀ ਗੱਲ ਜਾਣਨਾ ਚਾਹੁੰਦਾ ਸੀ, ਇਸ ਵਾਸਤੇ ਮੈਂ ਉਹਨਾਂ ਦੇ ਕੋਲ ਹੀ ਬੈਠ ਗਿਆ। ਬਜ਼ੁਰਗ ਨੇ ਦੱਸਿਆ ਕਿ ਉਹ ਫਤਿਹਗੜ੍ਹ ਸਾਹਿਬ ਦੇ ਕੋਲ ਇੱਕ ਪਿੰਡ ਦੇ ਵਿੱਚ ਰਹਿਣ ਵਾਲੇ ਹਨ। ਮੇਰਾ ਨਾਮ ਅਮਰੀਕ ਸਿੰਘ ਹੈ ਤੇ ਇਹ ਮੇਰੀ ਪਤਨੀ ਹੈ, ਜੋ ਕਿ ਸ਼ਾਇਦ ਇਸ ਦੁਨੀਆ ਨੂੰ ਜਲਦ ਹੀ ਛੱਡ ਕੇ ਜਾਣ ਵਾਲੀ ਹੈ। ਮੇਰੇ 3 ਪੁੱਤਰ ਸੀ ਜੋ ਕਿ ਪਹਿਲਾਂ ਹੀ ਇੱਕ ਐਕਸੀਡੈਂਟ ਦੇ ਵਿੱਚ ਮਰ ਚੁੱਕੇ ਨੇ। ਹੁਣ ਆਪਾਂ ਹੀ ਇੱਕ ਦੂਜੇ ਦਾ ਸਹਾਰਾ ਹਾਂ। ਮੇਰੀ ਪਤਨੀ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਹੈ ਕਿ ਉਸ ਦੀ ਇੱਕ ਇੱਛਾ ਹੈ ਕਿ ਉਹ ਹਰਮੰਦਰ ਸਾਹਿਬ ਗੁਰੂ ਘਰ ਜਾ ਕੇ ਹੀ ਆਪਣੇ ਪ੍ਰਾਣ ਤਿਆਗੇ। ਹੁਣ ਇਸ ਉਮਰ ਦੇ ਵਿੱਚ ਹੋਰ ਤਾਂ ਮੈਂ ਕੁਝ ਕਰ ਨਹੀਂ ਸਕਦਾ, ਪਰ ਆਪਣੀ ਪਤਨੀ ਦੀ ਇੱਛਾ ਤਾਂ ਪੂਰੀ ਕਰ ਸਕਦਾ ਹਾਂ, ਕਿਉਂਕਿ ਜਦੋਂ ਦੇ ਮੇਰੇ ਪੁੱਤਰਾਂ ਦੀ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ, ਇਹ ਬਿਲਕੁਲ ਹੀ ਟੁੱਟ ਚੁੱਕੀ ਹੈ। ਟਿਕਟ ਤਾਂ ਬੁੱਕ ਕਰਵਾਈ ਸੀ ਪਰ ਕਨਫਰਮ ਨਹੀਂ ਹੋਈ। ਪਤਾ ਨਹੀਂ ਟਿਕਟ ਕਨਫਰਮ ਹੋਣੀ ਸੀ ਜਾਂ ਨਹੀਂ। ਇੰਨਾ ਸਮਾਂ ਨਾ ਤਾਂ ਮੇਰੀ ਪਤਨੀ ਕੋਲ ਸੀ ਤੇ ਨਾ ਹੀ ਸ਼ਾਇਦ ਮੇਰੇ ਕੋਲ। ਗੁਰੂ ਦੇ ਅੱਗੇ ਅਰਦਾਸ ਕੀਤੀ ਕਿ ਤੁਹਾਡਾ ਭਾਣਾ ਮੰਨਦੇ ਆ ਰਹੇ ਹਾਂ, ਹੁਣ ਇੱਥੇ ਵੀ ਕਿਰਪਾ ਕਰੋ। ਸੋ ਇਸ ਕਰਕੇ ਇੱਕ ਵਿਸ਼ਵਾਸ ਸੀ ਤਾਂ ਮੈਂ ਬਿਨਾਂ ਸੋਚੇ ਸਮਝੇ ਟ੍ਰੇਨ ਦੇ ਵਿੱਚ ਬੈਠ ਗਿਆ। ਆਪਣੀ ਪਤਨੀ ਦੇ ਨਾਲ ਇਹ ਸੋਚ ਕੇ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪੇ ਹੀ ਇੰਤਜ਼ਾਮ ਕਰ ਦੇਣਾ ਹੈ। ਮੈਂ ਉਹਨਾਂ ਦੀ ਸਾਰੀ ਗੱਲ ਸੁਣੀ ਤੇ ਹੁਣ ਤੱਕ ਮੈਂ ਸਭ ਕੁਝ ਸਮਝ ਚੁੱਕਿਆ ਸੀ ਕਿ ਸ਼ਿਵ ਸ਼ੰਕਰ ਜੀ ਨੇ ਕਿਉਂ ਮੈਨੂੰ ਆਪਣੇ ਕੋਲ ਬੁਲਾਉਣ ਤੋਂ ਮਨਾ ਕਰ ਦਿੱਤਾ। ਮੈਂ ਬਜ਼ੁਰਗਾਂ ਨੂੰ ਕਿਹਾ ਕਿ ਬਜ਼ੁਰਗੋ, ਮੇਰਾ ਨਾਮ ਵੀ ਮੁਕੇਸ਼ ਕੁਮਾਰ ਹੀ ਹੈ
ਕਿ ਗੁਰੂ ਸਾਹਿਬ ਜੀ ਨੇ ਤੁਹਾਡਾ ਬੈਠਣ ਤੇ ਯਾਤਰਾ ਦਾ ਇੰਤਜ਼ਾਮ ਕਰ ਦਿੱਤਾ ਹੈ। ਤੁਸੀਂ ਆਰਾਮ ਦੇ ਨਾਲ ਯਾਤਰਾ ਤੇ ਜਾਓ। ਇਹ ਮੇਰੀ ਟਿਕਟ ਫੜੋ, ਮੇਰੀ ਸੀਟ ਉੱਤੇ ਸਫ਼ਰ ਕਰੋ। ਸੋ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਆਪਣੇ ਖਾਣ ਪੀਣ ਦਾ ਸਮਾਨ ਤੇ ਕੁਝ ਪੈਸੇ ਵੀ ਦਿੱਤੇ ਜੋ ਸ਼ਿਵ ਸ਼ੰਕਰ ਜੀ ਦੇ ਦਰ ਦੇ ਉੱਤੇ ਦਾਨ ਕਰਨੇ ਸੀ, ਕਿਉਂਕਿ ਮੈਨੂੰ ਹੁਣ ਇੱਕੋ ਪਰਮਾਤਮਾ ਦਿਖ ਰਿਹਾ ਸੀ, ਕੋਈ ਵੀ ਫਰਕ ਨਹੀਂ ਲੱਗ ਰਿਹਾ ਸੀ। ਮੈਂ ਬਜ਼ੁਰਗਾਂ ਨੂੰ ਕਿਹਾ ਕਿ ਤੁਸੀਂ ਹਰਮੰਦਰ ਸਾਹਿਬ ਜਾਓ ਤੇ ਦਰਸ਼ਨ ਕਰੋ ਤੇ ਆਪਣੀ ਪਤਨੀ ਦੀ ਇੱਛਾ ਪੂਰੀ ਕਰੋ। ਉਹਨਾਂ ਦੀ ਪਤਨੀ ਸੀਟ ਦੇ ਉੱਤੇ ਲੇਟੀ ਹੋਈ ਸੀ, ਜੋ ਕਿ ਕਾਫੀ ਖਰਾਬ ਹਾਲਤ ਦੇ ਵਿੱਚ ਸੀ। ਮੈਂ ਘਰ ਆ ਗਿਆ ਤੇ ਮੇਰੀ ਪਤਨੀ ਘਰ ਦੇ ਵਿੱਚ ਇਕੱਲੀ ਹੀ ਸੀ, ਕਿਉਂਕਿ ਮੇਰੇ ਦੋਨੇ ਬੱਚੇ ਵਿਦੇਸ਼ ਦੇ ਵਿੱਚ ਹੀ ਹਨ। ਮੈਂ ਸਾਰੀ ਗੱਲ ਆਪਣੀ ਪਤਨੀ ਨੂੰ ਦੱਸੀ। ਉਸਨੇ ਮੈਨੂੰ ਕਿਹਾ ਕਿ ਪਰਮਾਤਮਾ ਜੋ ਸੋਚਦਾ ਹੈ, ਜੋ ਕਰਦਾ ਹੈ, ਉਹ ਭਲਾ ਹੀ ਕਰਦਾ ਹੈ, ਕੁਝ ਵੀ ਗਲਤ ਨਹੀਂ ਕਰਦਾ। ਇਸ ਦੇ ਵਿੱਚ ਸਾਡਾ ਹੀ ਕੋਈ ਫਾਇਦਾ ਹੋਵੇਗਾ। ਇੰਨੀ ਗੱਲ ਸੁਣ ਕੇ ਮੇਰੀ ਪਤਨੀ ਮੇਰੇ ਲਈ ਪਾਣੀ ਲੈਣ ਚਲੀ ਗਈ। ਕਾਫੀ ਸਮਾਂ ਹੋਇਆ ਉਹ ਪਾਣੀ ਲੈ ਕੇ ਵਾਪਸ ਨਹੀਂ ਆਈ। ਮੈਨੂੰ ਸ਼ੱਕ ਹੋਇਆ ਤਾਂ ਮੈਂ ਆਵਾਜ਼ ਮਾਰੀ, ਪਰ ਕੋਈ ਜਵਾਬ ਨਹੀਂ ਆਇਆ। ਮੈਂ ਜਾ ਕੇ ਦੇਖਿਆ ਕਿ ਮੇਰੀ ਪਤਨੀ ਫਰਸ਼ ਦੇ ਉੱਤੇ ਡਿੱਗੀ ਹੋਈ ਸੀ। ਸ਼ਾਇਦ ਉਸ ਨੂੰ ਅਟੈਕ ਆ ਗਿਆ ਸੀ। ਮੈਂ ਉਸ ਨੂੰ ਚੁੱਕਿਆ ਤੇ ਹਸਪੀਟਲ ਲੈ ਗਿਆ। ਐਮਰਜੈਂਸੀ ਦੇ ਵਿੱਚ 3-4 ਦਿਨ ਰੱਖੀ ਤੇ ਫਿਰ ਉਸ ਤੋਂ ਬਾਅਦ ਉਹ ਨੋਰਮਲ ਹੋ ਗਈ। ਡਾਕਟਰ ਨੇ ਦੱਸਿਆ ਕਿ ਜੇਕਰ ਥੋੜੀ ਦੇਰ ਵੀ ਹੋ ਜਾਂਦੀ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ। ਹੁਣ ਮੈਂ ਸੋਚਿਆ ਕਿ ਜੋ ਪਰਮਾਤਮਾ ਕਰਦਾ ਹੈ ਸਾਡੇ ਭਲੇ ਦੇ ਲਈ ਹੀ ਕਰਦਾ ਹੈ, ਕਿ ਜੇਕਰ ਮੈਂ ਸ਼ਿਵ ਸ਼ੰਕਰ ਜੀ ਦੇ ਦਰਬਾਰ ਤੇ ਚਲਾ ਜਾਂਦਾ ਤਾਂ ਸ਼ਾਇਦ ਉਸ ਬਜ਼ੁਰਗ ਜੋੜੇ ਦੀ ਇੱਛਾ ਵੀ ਨਾ ਪੂਰੀ ਹੁੰਦੀ। ਮੇਰੀ ਪਤਨੀ ਰਸੋਈ ਦੇ ਵਿੱਚ ਹੀ ਇਸ ਤਰ੍ਹਾਂ ਪਈ ਮਰ ਜਾਂਦੀ ਤੇ ਮੈਨੂੰ 10 ਦਿਨਾਂ ਤੱਕ ਕੋਈ ਵੀ ਖਬਰ ਨਾ ਮਿਲਦੀ। ਇਸ ਤਰ੍ਹਾਂ ਪਰਮਾਤਮਾ ਨੇ ਮੇਰੀ ਪਤਨੀ ਤੇ ਬਜ਼ੁਰਗ ਜੋੜੇ ਦੀ ਸੁਣ ਲਈ। ਸੁਣੀ ਹੀ ਨਹੀਂ ਬਲਕਿ ਮੇਰੇ ਕੋਲ ਖੜ ਕੇ ਪੂਰੀ ਵੀ ਕੀਤੀ। ਸੋ ਜ਼ਿੰਦਗੀ ਤੋਂ ਨਿਰਾਸ਼ ਨਾ ਹੋਵੋ, ਸਬਰ ਰੱਖੋ, ਪਰਮਾਤਮਾ ਜ਼ਰੂਰ ਸੁਣੇਗਾ। ਉਹ ਉਹੀ ਕਰੇਗਾ ਜੋ ਤੁਹਾਡੇ ਤੇ ਸਾਡੇ ਲਈ ਸਹੀ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।